ਸਾਥੀਓ, ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਉਣ 'ਤੇ ਬਹੁਤ ਬਹੁਤ ਧੰਨਵਾਦ। ਨਿੱਘੀ ਜੀ ਆਇਆਂ ਤੁਹਾਨੂੰ ਸਾਰਿਆਂ ਨੂੰ। ਵਰਕਿੰਗ ਡੇ ਹੋਣ ਦੇ ਬਾਵਜੂਦ ਵੀ ਤੁਸੀਂ ਸਾਰੇ ਆਏ ਹੋ, ਅਸੀਂ ਤੁਹਾਡੇ ਰਿਣੀ ਹਾਂ। ਸਭ ਤੋਂ ਪਹਿਲਾਂ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਦੀ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ। ਇਨਕਲਾਬੀ ਕਵੀ ਪਾਸ਼ ਦਾ ਜਨਮ ਦਿਨ ਅੱਜ, ਸੋ ਉਸ ਦੇ ਜਨਮ ਦਿਨ ਦੀ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ। ਨਾਲ ਹੀ ਜਿੱਥੇ ਅਸੀਂ ਅੱਜ ਉਸ ਦਾ ਜਨਮ ਦਿਨ ਮਨਾਉਣ ਲਈ ਇਕੱਤਰ ਹੋਏ ਹਾਂ ਇੱਕ ਵੱਖਰੇ ਰੂਪ ਦੇ ਵਿੱਚ, ਉੱਥੇ ਇਹ ਵੀ ਇਸ ਗੱਲ ਨੂੰ ਲੈ ਕੇ ਥੋੜ੍ਹਾ ਦੁੱਖ ਵੀ ਹੈ ਕਿ ਉਸਦੇ ਪਿਤਾ ਜੀ ਸੋਹਣ ਸਿੰਘ ਸੰਧੂ ਸਾਡੇ ਵਿੱਚ ਨਹੀਂ ਰਹੇ। ਸੋਹਣ ਸਿੰਘ ਸੰਧੂ ਦਾ ਵੀ ਬੜਾ ਵੱਡਾ ਯੋਗਦਾਨ ਸੀ। ਸੋਹਣ ਸਿੰਘ ਸੰਧੂ ਖੁਦ ਵੀ ਕਵੀ ਸਨ। ਉਹਨਾਂ ਨੇ ਪਾਸ਼ ਦਾ ਖਜ਼ਾਨਾ ਸਾਂਭ ਕੇ ਰੱਖਿਆ, ਲੋਕਾਂ ਤੱਕ ਪਹੁੰਚੇ ਇਸ ਗੱਲ ਨੂੰ ਯਕੀਨੀ ਬਣਾਇਆ, ਔਰ ਉਹਨਾਂ ਨੇ ਖੁਦ ਆਪਣੇ ਬੱਚੇ ਨੂੰ ਇੱਕ ਵਧੀਆ ਕਵੀ ਬਣਨ ਲਈ ਪ੍ਰੇਰਿਆ ਵੀ। ਉਸ ਦੇ ਵਿੱਚ ਇਹੋ ਜਿਹੀਆਂ ਰੁਚੀਆਂ ਪੈਦਾ ਕੀਤੀਆਂ ਕਿ ਉਸ ਨੂੰ ਪੜ੍ਹਨ ਦੀ ਚੇਟਕ ਲੱਗੀ। ਉਸ ਦੇ ਘਰ ਵਿੱਚ ਅਨੇਕਾਂ ਕਿਸਮ ਦੀਆਂ ਪੁਸਤਕਾਂ ਹੁੰਦੀਆਂ ਸਨ। ਘਰ 'ਚ ਪ੍ਰੀਤ ਲੜੀ ਵਰਗੇ ਰਸਾਲੇ ਆਉਂਦੇ ਸੀ, ਜਿੱਥੋਂ ਅਸੀਂ ਕਹਿ ਸਕਦੇ ਹਾਂ ਕਿ ਉਸ ਦੇ ਮਨ ਦੇ ਵਿੱਚ ਉਮੰਗ ਪੈਦਾ ਹੋਈ ਕਿ ਇੱਕ ਕਵੀ ਬਣਨ ਦੀ ਜਾਂ ਇੱਕ ਸਾਹਿਤਕਾਰ ਬਣਨ ਦੀ। ਸੋ ਉਹਨਾਂ ਦਾ ਯੋਗਦਾਨ ਜਿਹੜਾ ਹੈ ਉਸ ਨੂੰ ਬਿਲਕੁਲ ਘਟਾ ਕੇ ਨਾ ਵੇਖਿਆ ਜਾਵੇ। ਜਿੱਥੇ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਪਾਸ਼ ਦਾ ਜਨਮ ਦਿਨ ਮਨਾ ਰਹੇ ਹਾਂ, ਸਾਰੀ ਦੁਨੀਆ 'ਚ ਉਸ ਦਾ ਜਨਮ ਦਿਨ ਮਨਾਇਆ ਜਾ ਰਿਹਾ, ਉੱਥੇ ਨਾਲ ਹੀ ਇਸ ਗੱਲ ਦਾ ਦੁੱਖ ਹੈ ਕਿ ਇਸੇ ਸਾਲ ਉਸ ਦੇ ਪਿਤਾ ਜੀ ਚਲਾਣਾ ਕਰ ਗਏ ਨੇ। ਅਗਲੀ ਗੱਲ ਇਹ ਕਿ ਅੱਜ ਦੀ ਇਕੱਤਰਤਾ ਜਿਹੜੀ ਹੈ ਉਸ ਦੇ ਵਿੱਚ ਮੁੱਖ ਤੌਰ 'ਤੇ ਜਿਹੜੀ ਪਾਸ਼ ਦੀਆਂ ਵਾਰਤਕ ਲਿਖਤਾਂ ਨੇ ਉਹਨਾਂ ਨੂੰ ਜਿਹੜਾ ਸੋਹਣ ਸਿੰਘ ਸੰਧੂ ਨੇ ਕਿਤਾਬ ਦੇ ਰੂਪ ਵਿੱਚ ਕੰਪਾਈਲ ਕੀਤਾ। ਤਲਵੰਡੀ ਸਲੇਮ ਨੂੰ ਜਾਂਦੀ ਸੜਕ, ਜਿਹੜਾ ਕਿ ਉਹਨਾਂ ਦਾ ਜੱਦੀ ਪਿੰਡ ਸੀ, ਉਸ ਨੂੰ ਅਸੀਂ ਰਿਲੀਜ਼ ਕਰਾਂਗੇ। ਵੈਸੇ ਇਸ ਪੁਸਤਕ ਦਾ ਲੋਕ ਅਰਪਣ ਹੋਰ ਥਾਵਾਂ 'ਤੇ ਹੋਇਆ, ਪਰ ਅੱਜ ਅਸੀਂ ਉਸ ਦੇ ਜਨਮ ਦਿਨ ਦੇ ਮੌਕੇ 'ਤੇ ਵੈਨਕੂਵਰ ਦੀ ਧਰਤੀ 'ਤੇ ਲੋਕ ਅਰਪਣ ਕਰਨ ਜਾ ਰਹੇ ਹਾਂ। ਸਤੀਸ਼ ਗੁਲਾਟੀ ਜੀ ਨੇ ਉਪਰਾਲਾ ਕੀਤਾ, ਚੇਤਨਾ ਪ੍ਰਕਾਸ਼ਨ ਵਾਲਿਆਂ ਨੇ, ਕਿ ਇਹ ਪੁਸਤਕ ਉਹਨਾਂ ਦੀ ਬਦੌਲਤ ਜਿਹੜੀ ਹੈ ਛਪ ਕੇ ਤਿਆਰ ਹੋਈ ਹੈ। ਕੋਸ਼ਿਸ਼ ਬੜੇ ਚਿਰ ਤੋਂ ਚੱਲ ਰਹੀ ਸੀ ਕਿ ਇਹੋ ਜਿਹੀ ਕੋਈ ਪੁਸਤਕ ਜਿਹੜੀ ਹੈ ਉਸ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਚਮਨ ਲਾਲ ਜਿਹੜੇ ਪਾਸ਼ ਦੇ ਉਪਾਸ਼ਕ ਨੇ ਔਰ ਉਹਨਾਂ ਬਾਰੇ ਕਾਫੀ ਖੋਜ ਰਹੀ ਹੈ ਉਹਨਾਂ ਨੇ ਬਕਾਇਦਾ ਸੋਹਣ ਸਿੰਘ ਸੰਧੂ ਨੂੰ ਇਸ ਗੱਲ ਲਈ ਪ੍ਰੇਰਿਆ ਸੀ ਕਿ ਜਿਹੜੀਆਂ ਉਸ ਦੀ ਵਾਰਤਕ ਲਿਖਤਾਂ ਨੇ ਉਸ ਨੂੰ ਕਿਤਾਬ ਦੇ ਰੂਪ ਵਿੱਚ ਲੋਕਾਂ ਤੱਕ ਪਹੁੰਚਾਇਆ ਜਾਵੇ, ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਪਾਸ਼ ਸਿਰਫ ਕਵੀ ਨਹੀਂ ਸੀ, ਇੱਕ ਵਾਰਤਕ ਲੇਖਕ ਵੀ ਸੀ ਔਰ ਉਸ ਦੀ ਪ੍ਰਤਿਬੱਧਤਾ ਸੀ। ਸੋ ਸਤੀਸ਼ ਉਹਨਾਂ ਨਾਲ ਰਲ ਕੇ ਧੀਦੋ ਗਿੱਲ ਨੇ ਉਪਰਾਲਾ ਕੀਤਾ। ਅੱਜ ਹੀ ਧੀਦੋ ਗਿੱਲ ਉਹਨਾਂ ਨੇ ਦੱਸਿਆ ਸਾਨੂੰ ਕਿ ਬੜੇ ਅਫਸੋਸ ਦੀ ਗੱਲ ਕਿ ਸੋਹਣ ਸਿੰਘ ਸੰਧੂ ਅਜੇ ਹੋਸ਼ ਵਿੱਚ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿਤਾਬ ਜਿਹੜੀ ਛਪ ਕੇ ਤਿਆਰ ਹੋ ਗਈ ਹੈ, ਪਰ ਪ੍ਰਕਾਸ਼ਿਤ ਹੋ ਕੇ ਉਸ ਦੀ ਰਿਲੀਜ਼ ਹੋਣ ਤੱਕ ਮੌਤ ਨੇ ਉਹਨਾਂ ਦਾ ਇੰਤਜ਼ਾਰ ਨਹੀਂ ਕੀਤਾ। ਸੋ ਮੌਤ ਦੇ ਬੇਰਹਿਮ ਹੱਥਾਂ ਨੇ ਸੰਧੂ ਸਾਹਿਬ ਨੂੰ ਸਾਡੇ ਤੋਂ ਖੋਹ ਲਿਆ। ਅਸੀਂ ਸਤੀਸ਼ ਜੀ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਾਂਗੇ, ਨਾਲ ਹੀ ਧੀਦੋ ਗਿੱਲ ਦਾ, ਕਿ ਉਹਨਾਂ ਨੇ ਉਪਰਾਲਾ ਕਰਕੇ ਕਿਤਾਬ ਜਿਹੜੀ ਹੈ ਸਾਡੇ ਤੱਕ ਪਹੁੰਚਾਈ ਹੈ। ਔਰ ਅੱਜ ਦੀ ਇਕੱਤਰਤਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਇਹ ਜਿਹੜਾ ਵਰ੍ਹਾ ਬੜਾ ਇੰਪੋਰਟੈਂਟ ਹੈ। ਪਾਸ਼ ਨੂੰ ਸ਼ਹੀਦ ਹੋਇਆਂ 25 ਸਾਲ ਹੋ ਚੁੱਕੇ ਨੇ। ਇਹ ਪਾਸ਼ ਦਾ 25ਵਾਂ ਸ਼ਹੀਦੀ ਵਰ੍ਹਾ। 25 ਵਰ੍ਹੇ ਪਹਿਲਾਂ ਉਸ ਨੂੰ ਖਾਲਿਸਤਾਨੀਆਂ ਨੇ ਕਤਲ ਕੀਤਾ। 23 ਮਾਰਚ 1988 ਨੂੰ ਜਦੋਂ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ, ਉਸ ਦਿਨ ਪਾਸ਼ ਨੂੰ ਖਾਲਿਸਤਾਨ ਕਮਾਂਡੋ ਫੋਰਸ ਦੇ ਸਮਰਥਕਾਂ ਨੇ ਕਤਲ ਕੀਤਾ, ਕਿਉਂਕਿ ਉਸ ਦੇ ਵਿਚਾਰ ਜਿਹੜੇ ਸਨ ਉਹਨਾਂ ਨੂੰ ਫਿੱਟ ਨਹੀਂ ਸੀ ਬਣਦੇ, ਉਹ ਉਹਨਾਂ ਨੂੰ ਰੜਕਦਾ ਸੀ। ਸੋ ਉਹਨਾਂ ਫਿਰਕਾ ਪ੍ਰਸਤਾਂ ਨੇ ਉਸ ਨੂੰ ਕਤਲ ਕੀਤਾ ਔਰ ਦਿਨ ਵੀ ਉਹ ਚੁਣਿਆ ਜਦੋਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ। ਔਰ ਪਾਸ਼ ਸਹੀ ਅਰਥਾਂ ਦੇ ਵਿੱਚ ਭਗਤ ਸਿੰਘ ਦੀ ਸੋਚ ਦਾ ਪਸਾਰਾ ਕਰ ਰਿਹਾ ਸੀ। ਸੋ ਅਸੀਂ ਸਮਝਦੇ ਹਾਂ ਕਿ ਉਸਨੇ ਜਿਹੜੀ ਸ਼ਹਾਦਤ ਪ੍ਰਾਪਤ ਕੀਤੀ ਹੈ ਉਹ ਇੱਕ ਤਰੀਕੇ ਨਾਲ ਭਗਤ ਸਿੰਘ ਦੇ ਮਿਸ਼ਨ ਨੂੰ ਅੱਗੇ ਤੋਰਦਿਆਂ ਉਸਨੇ ਸ਼ਹੀਦੀ ਜਾਮ ਪੀਤਾ। ਅਗਲੀ ਗੱਲ ਦੋਸਤੋ ਕਿ ਪਾਸ਼ ਨੂੰ ਮੈਂ ਕਿਵੇਂ ਜਾਣਿਆ ਜਾਂ ਉਸ ਦੇ ਨਾਲ ਮੈਂ ਆਪਣਾ ਕਿਵੇਂ ਨਾਤਾ ਸਮਝਦਾ। ਮੈਂ ਕਦੇ ਪਾਸ਼ ਨੂੰ ਵੇਖਿਆ ਨਹੀਂ। ਪਾਸ਼ ਦੇ ਬਾਰੇ ਜਿੰਨੀ ਕਿ ਮੇਰੀ ਜਾਣਕਾਰੀ ਉਸ ਦੇ ਅਨੁਸਾਰ ਪਹਿਲਾਂ ਤਾਂ ਅਸੀਂ ਇਹ ਵੇਖੀ ਕਿ ਉਹ ਨਾਂ ਪਾਸ਼ ਕਿਵੇਂ ਬਣਿਆ ਜਾਂ ਪਾਸ਼ ਕਿਵੇਂ ਬਣਿਆ। ਦਰਅਸਲ ਉਸ ਦਾ ਜਦੋਂ ਜਨਮ ਹੋਇਆ ਉਸ ਦਾ ਨਾਂ ਅਵਤਾਰ ਸੰਧੂ ਸੀ। ਜਦੋਂ ਛੋਟੀ ਉਮਰੇ ਉਸ ਨੂੰ ਪੜ੍ਹਨ ਦਾ ਰੁਚੀਆਂ ਉਸ ਦੇ ਵਿੱਚ ਪੈਦਾ ਹੋਈਆਂ, ਉਸਨੇ ਭਾਂਤ ਦੀਆਂ ਲਿਖਤਾਂ, ਸਾਹਿਤ ਪੜ੍ਹਿਆ, ਤਾਂ ਉਸ ਦੌਰ ਦੇ ਵਿੱਚ ਮੈਕਸਿਮ ਗੋਰਕੀ ਦਾ ਜਿਹੜਾ ਚਰਚਿਤ ਨਾਵਲ ਹੈ ਮਾਂ ਜਾਂ ਮਦਰ, ਉਸ ਦੇ ਵਿੱਚ ਜਿਹੜਾ ਮੁੱਖ ਪਾਤਰ ਹੈ ਪਵੇਲ, ਜਿਸ ਦਾ ਨਾਂ, ਜਿਸ ਨੂੰ ਉਸਦੀ ਮਾਂ ਲਾਡ ਨਾਲ ਪਾਸ਼ਾ ਕਹਿੰਦੀ ਹੈ, ਉਸ ਪਾਤਰ ਤੋਂ ਪ੍ਰਭਾਵਿਤ ਹੋ ਕੇ ਉਸਨੇ ਆਪਣਾ ਇਹ ਨਾਂ ਚੁਣਿਆ ਔਰ ਉੱਥੋਂ ਪਾਸ਼ ਜਿਹੜਾ ਨਾਂ ਹੈ ਉਸ ਦਾ ਪ੍ਰਚਲਿਤ ਹੋਇਆ
ਔਰ ਅਖੀਰਲੇ ਦਮ ਤੱਕ ਇਹ ਨਾਂ ਉਸ ਦੇ ਨਾਲ ਰਿਹਾ। ਮੈਂ ਜਦੋਂ ਪਾਸ਼ ਬਾਰੇ ਪੜ੍ਹਨਾ ਸ਼ੁਰੂ ਕੀਤਾ, ਮੈਨੂੰ ਦਿਲਚਸਪੀ ਹੋਈ ਕਿ ਪਾਸ਼ ਬਾਰੇ ਹੋਰ ਡੂੰਘਾਈ ਤੱਕ ਜਾਣਿਆ ਜਾਵੇ, ਤਾਂ ਮੈਂ ਮਦਰ ਨਾਵਲ ਲੈ ਕੇ ਚੰਗੀ ਤਰ੍ਹਾਂ ਪੜ੍ਹਿਆ ਤਾਂ ਜੋ ਸਮਝ ਸਕੀ ਕਿ ਪਾਸ਼ ਦਾ ਉਸ ਪਾਸ਼ੇ ਨਾਲ ਕੀ ਨਾਤਾ ਸੀ। ਸੋ ਕਾਫੀ ਸਮਾਨਤਾਵਾਂ ਸਨ ਔਰ ਇਹ ਸਮਾਨਤਾਵਾਂ ਕਲੀਅਰ ਹੁੰਦੀਆਂ ਜਦੋਂ ਅਸੀਂ ਆਹ ਕਿਤਾਬ ਪੜ੍ਹਦੇ ਹਾਂ। ਤਲਵੰਡੀ ਸਲੇਮ ਨੂੰ ਜਾਂਦੀ ਸੜਕ ਪੜ੍ਹਨੀ ਕਿਉਂ ਜ਼ਰੂਰੀ ਹੈ ਜਾਂ ਇਸ ਪੁਸਤਕ ਦੀ ਕੀ ਵਿਸ਼ੇਸ਼ਤਾ ਹੈ? ਗੱਲ ਇਹ ਦੋਸਤੋ ਕਿ ਇਸ ਪੁਸਤਕ ਤੋਂ ਜੇ ਤੁਸੀਂ ਪੜ੍ਹੋ तो तुहानूं ज्ञान होवेगा कि पाश निरा कवि नहीं सी। पाश एक कवि तो वध होर बहुत कुछ सी। एक समाजिक न्याय कारकुन सी, एक दलेर ते बेबाक पत्रकार भी सी। एंटी 47 परचा जिहड़ा उसने कढ़िया या कंध परचा हाक जिहड़ा कढ़िया, ये अपने आप 'च दो परचे मिसालां ने उसकी बहादरी दियां। एंटी 47 दे विच पाश ने बड़ी बेबाकी नाल फिरका परसी का विरोध किया। एंटी 47 इशारा इस गल वल कि वो नहीं सी चाहुंदा कि 1947 वर्गी फिरकू वंड दोबारा होवे। 80ਵੀਆਂ ਦੇ ਵਿੱਚ एक इहो जी साजिश चल रही सी, पंजाब दे विच फिरकू जनून की हवा झूल रही सी, हिंदुओं को कतल किया जा रहा सी पंजाब 'च, और पंजाब तो बाहर वसदे सिख घट गिणती भाईचारे को कतल किया जा रहा सी। एक बड़ी वड्डी साजिश सी कि किसी तरीके नाल आबादी का तबादला होवे ते खालिस्तान बने या पाकिस्तान वर्गे हालात दोबारा, हिंद पाक वंड वर्गे हालात दोबारा पैदा किए जाण। इस नज़रिए को मन च रखदे एंटी 47 फ्रंट खड़ा किया गया, परचा शुरू किया गया। उस दे विच पाश ने बड़ी बेबाकी नाल फिरका परस्ती की चीरफाड़ करदिआं महात्मा गांधी नूं भी नहीं बख्शिया। बड़े वधिया ढंग नाल एक्सप्लेन किया कि महात्मा गांधी दोषी किवें है। महात्मा गांधी नरम हिंदुत्व करते सी और उसने किसी न किसी तरीके नाल हिंदू फिरका परस्ती नूं इन्ना ज़्यादा मजबूत किया कि अखीर गांधी जी नूं अपनी भी जान तो हत्थ धोने पए। अज भी असीं वेखदे कांग्रेस पार्टी नरम हिंदुत्व करती है, भारतीय जनता पार्टी सीधे रूप च करती। सो उसने गांधी जी तो शुरू करके अखीर तक कांग्रेसी आगू, भाजपा आगू, अकाली आगू, खालिस्तानी आगू, हिंदू तो सिख फिरका परस्तां की चंगी तरह चीरफाड़ करके उसने सब नूं दोषी ठहराया। और इस दे लई उस दौर 'च गल्लां लिखणियां बहादरी का काम सी। इस तो इलावा हाक परचा जिहड़ा कंध परचा, इहदा अपने आप 'च बड़ा एक इनकलाबी पक्ष है। चीन दे विच जदों इनकलाब आया तो कंध परचियां की उत्थे रवायत चली। सो उसनूं जारी रखदिआं पाश ने पंजाब दे विच कंध परचा जिहड़ा शुरू किया। कोई उस दे विच आर्थिक लाभ नहीं सी, कोई एडवरटाइजमेंट की लोड़ नहीं सी, गल सिर्फ स्पष्ट लोगों को समझ आने वाली करन दी लोड़ सी। और उस इलाके विच उसने नकोदर इलाके विच जिहड़े उत्थों दे बलैकीए ने या काला धंधा करने वाले लोग ने, उन्हां बारे फिरका परस्तां बारे ठोक वजा के हाक परचे राही सारा कुछ लिखिया। अपनियां लिखतां दे विच उसने फिरका परस्ती नूं, छूआ छात नूं, अंध विश्वास नूं चंगी तरह भंडिया। आ जिहड़ी पुस्तक है तुसीं लैके पढ़ो, तुहानूं अपने आप इस विच ज्ञान होवेगा। इत्थों तक कि उसने मीडिया नूं भी नहीं बख्शिया। जिहड़ा मीडिया का असल रोल होना चाहिए सी, उस दे बारे भी एक निबंध इस पुस्तक में कलमबंद, जिस दे विच उसने दस्सिया कि जड़ियाँ दो वड्डियां अखबारां पंजाब दीयां, अजीत ते पंजाब केसरी, किस तरह की खेड खेड रही सन, किस तरह हिंदू ते सिख फिरका परस्ती नूं हवा दी जा रही सी सिर्फ अपनी अखबारां दीयां सेलां वधाउण दे लई। कोई लोक पक्षी गल नहीं सी हो रही। और उसकी प्रतिबद्धता सी कि लोक पक्षी गल्लां नूं मीडिया उभारे, और उसने साबित किया इस गल नूं। इसे पुस्तक दे विच तुसीं पढ़ोगे कि खेत मजदूर नाल उसने गलबात की, लंबा इंटरव्यू, जिस तरह के सवाल करके उसने जानकारी की उधेड़ बुन की है, जो गल्लां कढ़ाइयां उहदे ढिड चों खेत मजदूर तो उत्थों पता लगता कि पाश किन्ना एक किस तरह का सुहिरद पत्रकार सी, वो किस तरह की जानकारी उस व्यक्ति तो कढ़ा रहा सी और चाहुंदा सी कि लोगों तक पहुँचे। अजकल जिहड़े पत्रकार ने वो खेत कामिਆਂ नाल अपना टाइम स्पेंड नहीं करना चाहणगे, वो चाहणगे कोई वड्डा आगू आवे, उस दे नाल इंटरव्यू करके चर्चा भी चाहिए, चमचागिरी करिए। पर पाश ने उस खेत कामे नाल अपना समा लाया। इस तो इलावा उसदियां लिखतां दे विच गुरदास राम आलम वर्गे दलित कवि का रेखा चित्र बड़ा शानदार है। उन्हां नाल मुलाकात, अपने जिहड़े समकाली शिव कुमार बटालवी या संत राम उदासी बारे भी बड़े भावपूर्ण ढंग नाल लेख लिखे ने। हालांकि जग जाहिर गल सी कि पाश दा ते बटालवी का कंपीटीशन सी, इत्थों तक कि पाश उदासी की चढ़त तो भी बहुत अपने आप को भयभीत महसूस करता सी। फिर भी उन्हें बड़े भावपूर्ण ढंग नाल उन्हां दो शख्सियतां बारे लेख लिखे ने, वो पढ़न वाले ने। और इस तो पता लगता कि किस तरह का सुहिरद लेखक
ਰਿਹਾ ਹੋਵੇਗਾ ਜਿਸ ਦੇ ਵਿੱਚ ਚੰਗੇ ਪੱਤਰਕਾਰਾਂ ਵਾਲੇ ਗੁਣ ਸਨ। ਅੱਜ ਕੱਲ੍ਹ ਬੜੀ ਚਰਚਾ ਹੋ ਰਹੀ ਹੈ ਮਿਲਖਾ ਸਿੰਘ ਦੀ ਫਿਲਮ ਬਣੀ ਪਿੱਛੇ, ਸ਼ਾਇਦ ਤੁਹਾਡੇ ਵਿੱਚੋਂ ਕਈਆਂ ਨੂੰ ਨਾ ਪਤਾ ਹੋਵੇ। ਮਿਲਖਾ ਸਿੰਘ ਦੀ ਪਹਿਲੀ ਜਿਹੜੀ ਪੰਜਾਬੀ ਜੀਵਨੀ ਸ਼ਾਇਦ ਪਾਸ਼ ਨੇ ਲਿਖੀ ਸੀ, ਔਰ ਉਸ ਜੀਵਨੀ ਦੇ ਕੁਝ ਵੇਰਵੇ ਵੀ ਇਸ ਪੁਸਤਕ ਵਿੱਚ ਨੇ, ਜਿਸ ਤੋਂ ਪਤਾ ਲੱਗਦਾ ਕਿ ਮਿਲਖਾ ਸਿੰਘ ਦੀਆਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਕਿਹੋ ਜਿਹੀਆਂ ਸਨ, ਇੱਥੇ ਤੱਕ ਪਹੁੰਚਣ ਲਈ ਉਸਨੂੰ ਕਿਸ ਤਰ੍ਹਾਂ ਦੀਆਂ ਅਖਿਆਈਆਂ 'ਚੋਂ ਨਿਕਲਣਾ ਪਿਆ। ਹੋਰ ਮੈਂ ਇੱਕ ਜਾਣਕਾਰੀ ਦੇਣੀ ਚਾਹੁੰਦਾ ਕਿ ਪਾਸ਼ ਦੀਆਂ ਜਿਹੜੀਆਂ ਚਿੱਠੀਆਂ ਜਿਹੜੀਆਂ ਕਿਤਾਬ 'ਚ ਸ਼ਾਮਲ ਨੇ ਜਾਂ ਡਾਇਰੀ ਦੇ ਕੁਝ ਹਿੱਸੇ, ਉਸ ਦੇ ਵਿੱਚ ਵੀ ਪਤਾ ਚੱਲਦਾ ਕਿ ਪਾਸ਼ ਨੂੰ ਸਿਰਫ ਆਪਣੇ ਨਿੱਜੀ ਸਰੋਕਾਰਾਂ ਨਾਲ ਕੋਈ ਮਤਲਬ ਨਹੀਂ ਸੀ। ਜੇ ਆਪਣੇ ਕਿਸੇ ਮਿੱਤਰ ਦੋਸਤ ਨੂੰ, ਆਪਣੇ ਬਾਪ ਨੂੰ ਕੋਈ ਚਿੱਠੀ ਲਿਖੀ ਹੈ ਤਾਂ ਸਿਰਫ ਆਪਣੇ ਨਿੱਜ ਵਾਸਤੇ ਨਹੀਂ ਜਾਂ ਆਪਣੀ ਨਿੱਜੀ ਲੋੜਾਂ ਦੇ ਵਾਸਤੇ ਗੱਲ ਨਹੀਂ ਕਰ ਰਿਹਾ, ਉਸ ਨੂੰ ਸਮਾਜ ਵਿੱਚ ਜੋ ਅਜੋਕੇ ਸਮੇਂ 'ਚ ਵਾਪਰ ਰਿਹਾ ਉਸ ਦਾ ਵੀ ਸਰੋਕਾਰ ਹੈ। ਉਹ ਗੱਲਾਂ ਵੀ ਆਪਣੀ ਚਿੱਠੀਆਂ ਦੇ ਵਿੱਚ ਆਪਣੇ ਪਿਓ ਨਾਲ, ਆਪਣੇ ਦੋਸਤਾਂ ਨਾਲ ਡਿਸਕਸ ਕਰ ਰਿਹਾ, ਜਿੱਦਾਂ ਦੇ ਵੀ ਹਾਲਾਤ ਬਣੇ ਹੋਏ ਨੇ। ਸੋ ਕਿਸ ਤਰੀਕੇ ਨਾਲ ਉਹਨੇ ਆਪਣੇ ਆਪ ਨੂੰ ਅਜੋਕੇ ਨਾਲ ਜੋੜਿਆ, ਇਹ ਆਪਣੇ ਆਪ 'ਚ ਵੇਖਣ ਵਾਲੀ ਗੱਲ ਹੈ ਜ਼ਰੂਰੀ। ਔਰ ਨਾਲ ਹੀ ਜਿਹੜੀਆਂ ਉਸਦੀਆਂ ਡਾਇਰੀ ਦੀਆਂ ਐਂਟਰੀਜ਼ ਨੇ, ਉਹਦੇ ਵਿੱਚ ਵੀ ਇੱਕ ਥਾਂ 'ਤੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਜਿਸ ਤਰ੍ਹਾਂ ਕ੍ਰਿਟੀਸਾਈਜ਼ ਕੀਤਾ ਬਹੁਤ ਬੇਬਾਕੀ ਦੇ ਨਾਲ, ਅੱਜ ਕੱਲ੍ਹ ਇੰਨੇ ਵਰੇ ਵੀ ਜਾਣ ਦੇ ਬਾਅਦ ਵੀ ਕਈ ਲੇਖਕ ਡਰਦੇ ਨੇ ਕਿ ਉਸ ਦੇ ਬਾਰੇ ਗੱਲ ਨਾ ਕਰੀਏ। ਇਹ ਉਸ ਸਮੇਂ ਦੀਆਂ ਗੱਲਾਂ ਨੇ ਜਦੋਂ ਅਜੇ ਭਿੰਡਰਾਂ ਵਾਲੇ ਜਿਉਂਦੇ ਸੀ। ਸੋ ਮੇਰਾ ਕਹਿਣ ਦਾ ਮਤਲਬ ਕਿ ਇਹ ਗੱਲਾਂ ਉਸ ਦੌਰ ਵਿੱਚ ਲਿਖਣੀਆਂ, ਕਹਿਣੀਆਂ ਬਹੁਤ ਔਖੀਆਂ ਸੀ, ਜਿਹੜੀਆਂ ਉਸਨੇ ਕਹੀਆਂ ਨੇ ਉਸ ਵੇਲੇ। ਔਰ ਅਗਲੀ ਗੱਲ, ਉਹ ਸਿਰਫ ਕਵੀ ਨਹੀਂ ਸੀ, ਉਹ ਇੱਕ ਇਨਕਲਾਬੀ ਕਵੀ ਸੀ। ਮੈਂ ਮਿਸਾਲ ਦੇ ਤੌਰ 'ਤੇ 2-3 ਵੰਨਗੀਆਂ ਤੁਹਾਡੇ ਲਈ ਪੇਸ਼ ਕਰਾਂਗਾ ਕਿ ਇੱਥੋਂ ਅਸੀਂ ਅੰਦਾਜ਼ਾ ਲਾਈਏ ਕਿ ਕਿਸ ਤਰੀਕੇ ਦਾ ਵਿਦਰੋਹੀ ਕਵੀ ਸੀ ਪਾਸ਼। ਮਿਸਾਲ ਦੇ ਤੌਰ 'ਤੇ ਇੱਕ ਭਾਰਤ ਸਰਲੇਖ ਹੇਠਾਂ ਜਿਹੜੀ ਉਸਦੀ ਕਵਿਤਾ ਹੈ, ਉਸ ਵਿੱਚ ਬੜਾ ਸਪਸ਼ਟ ਸ਼ਬਦਾਂ ਵਿੱਚ ਕਹਿ ਰਿਹਾ, ਜਦ ਵੀ ਕੋਈ ਸਮੁੱਚੇ ਭਾਰਤ ਦੀ ਕੌਮੀ ਏਕਤਾ ਦੀ ਗੱਲ ਕਰਦਾ ਹੈ ਤਾਂ ਮੇਰਾ ਚਿੱਤ ਕਰਦਾ ਹੈ ਉਸ ਦੀ ਟੋਪੀ ਹਵਾ ਵਿੱਚ ਉਛਾਲ ਦੇਵਾਂ। ਉਸ ਨੂੰ ਦੱਸਾਂ ਕਿ ਭਾਰਤ ਦੇ ਅਰਥ ਕਿਸੇ ਦੁਸ਼ਯੰਤ ਨਾਲ ਸੰਬੰਧਿਤ ਨਹੀਂ, ਸਗੋਂ ਖੇਤਾਂ ਵਿੱਚ ਦਾਇਰ ਹਨ, ਜਿੱਥੇ ਅੰਨ ਉਗਦਾ ਹੈ, ਜਿੱਥੇ ਸੰਨਾਂ ਲੱਗਦੀਆਂ ਹਨ। ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਉਸਦੇ ਮਨ ਦੇ ਵਿੱਚ ਕੋਈ ਅੰਨੀ ਦੇਸ਼ ਭਗਤੀ ਨਹੀਂ ਸੀ, ਉਹ ਸਥਾਪਤੀ ਦੇ ਹੱਕ ਵਿੱਚ ਨਹੀਂ ਸੀ ਭੁਗਤਿਆ। ਇਹੋ ਜਿਹਾ ਕੂੜ ਪ੍ਰਚਾਰ ਅੱਜ ਕੱਲ੍ਹ ਕਾਫੀ ਹੋ ਰਿਹਾ ਕਿ ਪਾਸ਼ ਸਥਾਪਤੀ ਦੇ ਹੱਕ ਵਿੱਚ ਭੁਗਤਣ ਵਾਲਾ ਕਵੀ ਸੀ, ਜਦੋਂ ਕਿ ਇਹ ਗੱਲ ਹਕੀਕਤ ਨਹੀਂ ਹੈ। ਮੋਗਾ ਗੋਲੀ ਕਾਂਡ ਵੇਲੇ ਵੀ ਬਾਰਡਰ ਨਾਂ ਦੀ ਕਵਿਤਾ ਵਿੱਚ ਉਹ ਸਪਸ਼ਟ ਲਿਖਦਾ ਹੈ, ਦਰਅਸਲ ਇੱਥੇ ਹਰ ਥਾਂ 'ਤੇ ਇੱਕ ਬਾਰਡਰ ਹੈ, ਜਿੱਥੇ ਸਾਡੇ ਹੱਕ ਖਤਮ ਹੁੰਦੇ ਹਨ, ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ। ਸੋ ਜਿਹੜੀ ਇਹ ਜਮਾਤੀ ਵੰਡ ਹੈ, ਉਸ ਤੋਂ ਵੀ ਉਸਨੇ ਸਮਝਿਆ, ਤਾਂ ਕਰਕੇ ਇਸ ਤਰ੍ਹਾਂ ਦੀਆਂ ਤਲਖ ਗੱਲਾਂ ਉਸਨੇ ਲਿਖੀਆਂ ਨੇ। ਸੰਵਿਧਾਨ ਬਾਰੇ ਜਿਹੜੀ ਇਹ ਕਵਿਤਾ ਹੈ ਸੁਣਨ ਵਾਲੀ ਹੈ। ਇਹ ਪੁਸਤਕ ਮਰ ਚੁੱਕੀ ਹੈ, ਇਹਨੂੰ ਨਾ ਪੜ੍ਹੋ, ਇਸ ਦੇ ਲਫ਼ਜ਼ਾਂ ਵਿੱਚ ਮੌਤ ਦੀ ਠੰਡ ਹੈ ਅਤੇ ਇੱਕ ਇੱਕ ਸਫ਼ਾ ਜ਼ਿੰਦਗੀ ਦੇ ਆਖਰੀ ਪਲ ਵਰਗਾ ਭਿਆਨਕ। ਇਹ ਪੁਸਤਕ ਜਦ ਬਣੀ ਸੀ ਤਾਂ ਮੈਂ ਇੱਕ ਪਸ਼ੂ ਸਾਂ, ਸੁੱਤਾ ਪਿਆ ਪਸ਼ੂ, ਅਤੇ ਜਦ ਮੈਂ ਜਾਗਿਆ ਤਾਂ ਮੇਰੇ ਇਨਸਾਨ ਬਣਨ ਤੀਕ ਇਹ ਪੁਸਤਕ ਮਰ ਚੁੱਕੀ ਸੀ। ਹੁਣ ਜੇ ਇਸ ਪੁਸਤਕ ਨੂੰ ਪੜ੍ਹੋਗੇ ਤਾਂ ਪਸ਼ੂ ਬਣ ਜਾਓਗੇ, ਸੁੱਤੇ ਹੋਏ ਪਸ਼ੂ। ਇਹ ਕਵਿਤਾ ਜਿਹੜੀ ਹੈ ਇੱਕ ਉਹੀ ਵਿਅਕਤੀ ਲਿਖ ਸਕਦਾ ਹੈ ਜਿਸ ਨੇ ਕਿਸੇ ਸਥਾਪਤੀ ਤੋਂ ਕੋਈ ਮੈਡਲ ਨਹੀਂ ਲੈਣਾ, ਕਿਸੇ ਕਿਸਮ ਦੇ ਖਿਤਾਬ ਨਹੀਂ ਲੈਣੇ। ਅਖੀਰ ਵਿੱਚ ਇੱਕ ਕਵਿਤਾ ਮੈਂ ਉਸਦੀ ਵੰਨਗੀ ਥੋੜ੍ਹੀ ਜਿਹੀ ਸੁਣਾ ਕੇ ਫਿਰ ਆਪਣੀ ਗੱਲ ਸਮੇਟਾਂਗਾ। ਇਹ ਕਵਿਤਾ ਜਿਹੜੀ ਬੇਦਖਲੀ ਲਈ ਬਿਨੈ ਪੱਤਰ, ਇਹ ਧਿਆਨ ਮੰਗਦੀ ਹੈ, ਖਾਸ ਤੌਰ 'ਤੇ ਉਹਨਾਂ ਤਾਕਤਾਂ ਦਾ ਜਿਨ੍ਹਾਂ ਨੇ ਪਾਸ਼ ਨੂੰ ਕਤਲ ਕੀਤਾ। ਇਹ ਉਸ 'ਤੇ ਠੱਪਾ ਲਾ ਕੇ ਕਿ ਇਹ ਸਿੱਖ ਵਿਰੋਧੀ ਹੈ। ਖਾਲਿਸਤਾਨ ਕਮਾਂਡੋ ਫੋਰਸ ਦੇ ਆਗੂ ਲਾਭ ਸਿੰਘ ਨੇ ਕਈ ਵਰੇ ਬਾਅਦ ਆਪਣੀ ਡਾਇਰੀ 'ਚ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਸਾਡੇ ਤੋਂ ਗਲਤੀ ਹੋਈ ਹੈ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਾਸ਼ ਲਿਖਦਾ ਹੈ, ਮੈਂ ਉਮਰ ਭਰ ਉਸ ਦੇ ਖਿਲਾਫ ਸੋਚਿਆ ਅਤੇ ਲਿਖਿਆ, ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਲ ਹੈ ਤਾਂ ਇਸ ਦੇਸ਼ 'ਚੋਂ ਮੇਰਾ ਨਾਂ ਕੱਟ ਦੇਵੋ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਲਿਖੀ ਗਈ ਪਾਸ਼ ਦੀ ਕਵਿਤਾ। ਮੈਂ ਖੂਬ ਜਾਣਦਾ ਹਾਂ ਨੀਲੇ ਸਾਗਰਾਂ ਤੱਕ ਫੈਲੇ ਹੋਏ ਇਸ ਖੇਤਾਂ ਖਾਨਾ ਭੱਠਿਆਂ ਦੇ ਭਾਰਤ ਨੂੰ। ਉਹ ਠੀਕ ਇਸੇ ਦੀ ਸਧਾਰਨ ਜਿਹੀ ਕੋਈ ਨੁੱਕਰ ਸੀ ਜਿੱਥੇ ਪਹਿਲੀ ਵਾਰ ਜਦ ਦਿਹਾੜੀਦਾਰ ਤੋਂ ਉਲਰੀ ਚਪੇੜ ਮਚਕੋੜੀ ਗਈ ਕਿਸੇ ਦੇ ਖੁਰਦਰੇ ਬੇਨਾਮ ਹੱਥਾਂ ਵਿੱਚ। ਠੀਕ ਉਹ ਵਕਤ ਸੀ ਜਦ ਇਸ ਕਤਲ ਦੀ ਸਾਜ਼ਿਸ਼ ਰਚੀ ਗਈ। ਕੋਈ ਵੀ ਪੁਲਿਸ ਨਹੀਂ ਲੱਭ ਸਕੂ ਇਸ ਸਾਜ਼ਿਸ਼ ਦੀ ਥਾਂ, ਕਿਉਂਕਿ ਟਿਊਬਾਂ ਕੇਵਲ ਰਾਜਧਾਨੀ ਵਿੱਚ ਜਗਦੀਆਂ ਹਨ ਅਤੇ ਖੇਤਾਂ ਖਾਨਾ ਭੱਠਿਆਂ ਦਾ ਭਾਰਤ ਬਹੁਤ ਹਨੇਰਾ ਹੈ। ਅਤੇ ਠੀਕ ਇਸੇ ਸਰਦ ਹਨੇਰੇ ਵਿੱਚ ਸੁਰਤ ਸੰਭਾਲਣ ਅਤੇ ਜੀਣ ਦੇ ਨਾਲ ਨਾਲ ਜਦ ਪਹਿਲੀ ਵਾਰ ਇਸ ਜੀਵਨ ਬਾਰੇ ਸੋਚਣਾ ਸ਼ੁਰੂ ਕੀਤਾ, ਮੈਂ ਖੁਦ ਨੂੰ ਇਸ ਕਤਲ ਦੀ ਸਾਜ਼ਿਸ਼ ਵਿੱਚ ਸ਼ਰੀਕ ਪਾਇਆ। ਜਦੋਂ ਵੀ ਵਿਭਤਸੀ ਸ਼ੋਰ ਦਾ ਨੱਪ ਕੇ ਖੁਰਾ
मैं लभना चाहया, टकरदे होए टिंडे नूं शामिल तकिया है अपनी पूरी दुनिया नूं, मैं सदा ही उसनूं कतल कीता है। हर वाकफ जणे दी हिक चों लभ के जे उसदे कातलां नूं इंज ही सड़कां ते सिंजਣਾ है ਤਾਂ बढ़दी सदा मैनूं भी मिले। मैं नहीं चाहुंदा कि सिर्फ इस बिना ते बचदा रहां कि मेरा पता नहीं है भजन लाल बिश्नोई नूं। 1984 ਦੇ ਵਿੱਚ ਜਦੋਂ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਉਦੋਂ ਪਾਸ਼ ਇਹ ਗੱਲ ਕਹਿ ਰਿਹਾ ਤੇ ਫਿਰ ਵੀ ਜੇ ਖਾਲਿਸਤਾਨ ਕਮਾਂਡੋ ਫੋਰਸ ਨੂੰ ਨਹੀਂ ਬਖਸ਼ਿਆ, ਤੁਸੀਂ ਉਹਨਾਂ ਨੂੰ ਅੱਤਵਾਦੀ ਨਹੀਂ ਕਹੋਗੇ ਤੇ ਹੋਰ ਕੀ ਕਹੋਗੇ। ਔਰ ਅਖੀਰ ਦੇ ਵਿੱਚ ਮੈਂ ਇੱਕ ਦੋ ਗੱਲਾਂ ਕਰਕੇ ਆਪਣੀ ਗੱਲ ਸਮਾਪਤ ਕਰਾਂਗਾ ਕਿ ਪਾਸ਼ ਇੱਕ ਕਾਰਕੂਨ ਵੀ ਸੀ। ਨੌਜਵਾਨ ਸਭਾ ਉਸ ਦੇ ਵਿੱਚ ਸਰਗਰਮ ਰਿਹਾ, ਨਕਸਲਵਾੜੀ ਲਹਿਰ ਜਦੋਂ ਆਈ ਉਦੋਂ ਵੀ ਸਰਗਰਮ ਰਿਹਾ, ਐਮਰਜੈਂਸੀ ਦੇ ਮੋਰਚੇ ਵਿੱਚ ਵੀ ਉਸਨੇ ਹਿੱਸਾ ਲਿਆ। ਮੋਗਾ ਗੋਲੀ ਕਾਂਡ ਵੇਲੇ ਜੋ ਉਸਨੇ ਕੀਤਾ ਤੁਹਾਡੇ ਸਾਹਮਣੇ। ਸਿਰਫ ਮੈਂ ਇੰਨਾ ਹੀ ਕਹੂੰਗਾ ਕਿ ਜੋ ਉਸਨੇ ਕਿਹਾ ਉਸਨੇ ਕਰਕੇ ਵੀ ਵਿਖਾਇਆ। ਇਹ ਖੂਬੀ ਉਸ ਪਾਸ਼ ਵਿੱਚ ਸੀ। ਜੇ ਉਸਨੂੰ ਅੱਜ ਪੰਜਾਬ ਦਾ ਚੇ ਗੋਰਾ ਕਿਹਾ ਜਾਵੇ ਤਾਂ ਘੱਟੋ ਘੱਟ ਮੈਨੂੰ ਕੋਈ ਇਤਰਾਜ਼ ਨਹੀਂ। ਸੋ ਮੈਂ ਚਾਹਾਂਗਾ ਦੋਸਤੋ ਆਓ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਕੁਛ ਮੈਂ ਪਤਵੰਤਿਆਂ ਦੇ ਨਾਂ ਲਵਾਂਗਾ ਜਿਹੜੇ ਆ ਕੇ ਪ੍ਰਧਾਨਗੀ ਮੰਡਲ 'ਤੇ ਬੈਠਣਗੇ। ਉਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਚਰਨਜੀਤ ਕੌਰ ਜੀ ਨੂੰ ਕਿ ਉਹ ਸਟੇਜ 'ਤੇ ਆਉਣ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ। ਚਰਨਜੀਤ ਕੌਰ ਇੱਕ ਉਹ ਔਰਤ ਜਿਸਨੇ ਕੈਨੇਡਾ ਦਰਪਣ ਅਖਬਾਰ ਆਪਣੇ ਪਤੀ ਡਾਕਟਰ ਦਰਸ਼ਨ ਗਿੱਲ ਨਾਲ ਰਲ ਕੇ ਕੱਢਿਆ। ਇਸ ਅਖਬਾਰ ਨੇ ਫਿਰਕਾਪ੍ਰਸਤ ਤਾਕਤਾਂ ਨੂੰ ਉਹਨਾਂ ਦਿਨਾਂ ਵਿੱਚ ਵੰਗਾਰਿਆ ਕੈਨੇਡਾ ਦੀ ਧਰਤੀ 'ਤੇ ਜਦੋਂ ਕੋਈ ਵੀ ਕਲਮ ਜਿਹੜੀ ਸੀ ਉਸ ਤਾਕਤ ਦੇ ਖਿਲਾਫ ਲਿਖਣ ਤੋਂ ਗੁਰੇਜ਼ ਕਰਦੀ ਸੀ। ਸੋ ਉਹਨਾਂ ਨੇ ਦਰਸ਼ਨ ਗਿੱਲ ਜੀ ਦਾ ਸਾਥ ਦਿੱਤਾ ਔਰ ਮੈਂ ਇਸ ਕਰਕੇ ਇਸ ਆਪਣੇ ਵੱਲੋਂ ਚਾਹੁੰਦਾ ਕਿ ਉਸ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ। ਅਗਲੇ ਸਾਡੇ ਪ੍ਰਧਾਨਗੀ ਮੰਡਲ ਦੇ ਮੈਂਬਰ ਹੋਣਗੇ ਸਾਧੂ ਬਿਨਿੰਗ ਜੀ ਜਿਹੜੇ ਚਰਚਿਤ ਲੇਖਕ ਨੇ, ਵਤਨ ਮੈਗਜ਼ੀਨ ਦੇ ਐਡੀਟਰ ਨੇ ਔਰ ਇਹਨਾਂ ਦੇ ਪਰਚੇ ਵਿੱਚ ਇੱਕ ਪਾਸ਼ ਦਾ ਛਪਿਆ ਲੇਖ ਉਹ ਵੀ ਇਸ ਪੁਸਤਕ ਵਿੱਚ ਸ਼ਾਮਲ ਹੈ। ਸੋ ਉਹ ਪ੍ਰਧਾਨਗੀ ਮੰਡਲ 'ਤੇ ਆਉਣ। ਔਰ ਉਸ ਤੋਂ ਇਲਾਵਾ ਸੁਖਵੰਤ ਹੁੰਦਲ ਜਿਹੜੇ ਕਿ ਇੱਕ ਹੋਰ ਚਰਚਿਤ ਅੱਗੇ ਵਧੂ ਲੇਖਕ ਅਤੇ ਆਲੋਚਕ ਔਰ ਵਤਨ ਮੈਗਜ਼ੀਨ ਦੇ ਵਿੱਚ ਸਾਧੂ ਬਿਨਿੰਗ ਦੇ ਸਹਿ ਸੰਪਾਦਕ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਉਹ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ। ਡਾਕਟਰ ਰਘਬੀਰ ਸਿੰਘ ਸਿਰਜਣਾ ਇੱਕ ਸਾਹਿਤਕ ਪਰਚਾ ਉਸ ਦੇ ਸੰਪਾਦਕ, ਉੱਘੇ ਵਿਦਵਾਨ ਅਤੇ ਮੇਰੇ ਤੋਂ ਉਹਨਾਂ ਦੇ ਬੜੇ ਉਪਕਾਰ ਨੇ, ਉਹ ਜ਼ਰੂਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ। ਹੁਣ ਪ੍ਰੋਗਰਾਮ ਦੀ ਆਰੰਭਤਾ ਅਸੀਂ ਕਰਾਂਗੇ ਮੋਹਨ ਗਿੱਲ ਹੋਣਾ ਦੀ ਇੱਕ ਰਚਨਾ ਤੋਂ। ਪਾਸ਼ ਬਾਰੇ ਉਹਨਾਂ ਨੇ ਇੱਕ ਕਵਿਤਾ ਲਿਖੀ ਹੈ। ਉਸ ਤੋਂ ਬਾਅਦ ਆਪਣਾ ਫਰਜ਼ ਅਦਾ ਕਰਨ ਤੋਂ ਬਾਅਦ ਆਪਣੇ ਸਥਾਨ 'ਤੇ ਵਿਰਾਜਮਾਨ ਹੋਣਗੇ ਜਿੱਥੇ ਤੁਸੀਂ ਜੀ ਚਾਹੋ ਉਹਨਾਂ ਤੋਂ ਪੁਸਤਕਾਂ ਲੈ ਸਕਦੇ ਹੋ। ਇਹ ਕੰਮ ਜਿਹੜਾ ਹੈ ਉਹਨਾਂ ਨੇ ਮਹਿਕਮਾ ਸਾਂਭਿਆ ਹੋਇਆ, ਪਰ ਉਸ ਤੋਂ ਪਹਿਲਾਂ ਅਸੀਂ ਇਹਨਾਂ ਦੀਆਂ ਜਿਹੜੀਆਂ ਕਲਾਤਮਕ ਰੁਚੀਆਂ ਨੇ ਉਹਦਾ ਲਾਭ ਲਵਾਂਗੇ। ਮੋਹਨ ਗਿੱਲ ਜੀ। ਕੀ ਹੋਇਆ? ਕਿਸ ਨਾਲ ਲੜਕੇ ਹੈਗੀਆਂ? ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗॉड, ਮੈਂ ਤਾਂ ਦੁਖੀ ਹੋ ਚੁੱਕੀ ਹਾਂ। ਬਸ ਇੰਨੀ ਗੱਲ ਤੋਂ ਘਬਰਾ ਗਈ? ਇੰਨੀ ਕੀ ਗੱਲ ਆ? ਜਦੋਂ ਆਪਾਂ ਨਾ ਕ੍ਰਾਊਨ ਇਮੀਗ੍ਰੇਸ਼ਨ ਦੇ ਰਾਜਪਾਲ ਹੋਟਗੁਰ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744। ਅਸੀਂ ਤੁਹਾਡੀ ਲੋੜ ਮੁਤਾਬਕ ਤੁਹਾਨੂੰ ਪ੍ਰਾਪਰਟੀ ਲੱਭ ਕੇ ਦੇ ਸਕਦੇ ਹਾਂ। ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਭਰੋਸੇਯੋਗ ਅਤੇ ਇਮਾਨਦਾਰ ਸੇਵਾ ਪ੍ਰਾਪਤ ਕਰਨ ਲਈ ਪਲੀਜ਼ ਕਾਲ ਮੀ ਐਟ 7785527636। ਮੌਰਗੇਜ ਨਵੀਂ ਲੈਣੀ ਹੈ ਜਾਂ ਰੀਨਿਊ ਕਰਾਉਣੀ ਹੈ ਤਾਂ ਅੱਜ ਹੀ ਮਿਲੋ ਕਮਿਊਨਿਟੀ ਦੇ ਮਸ਼ਹੂਰ ਮੌਰਗੇਜ ਬ੍ਰੋਕਰ ਸਰਦਾਰ ਸਰੂਪ ਸਿੰਘ ਚੰਦੀ ਹੋਰਾਂ ਨੂੰ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਪ੍ਰਾਈਵੇਟ ਮੌਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਰ ਸਰੂਪ ਸਿੰਘ ਚੰਦੀ। ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 6045725050 ਸਰਦਾਰ ਸਰੂਪ ਸਿੰਘ ਚੰਦੀ। AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ one of the biggest ICBC authorized auto body shop ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਤੇ ਬਿਨਾਂ ਸ਼ੱਕ ਹਾਈ-ਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 6042991054। They can handle ICBC claim and inspection independently। ਅੱਜ ਅਸੀਂ ਗੱਲ ਕਰਾਂਗੇ ਲਾਈਫ ਇੰਸ਼ੋਰੈਂਸ ਦੇ ਬਾਰੇ ਵਿੱਚ ਕਿ ਲਾਈਫ ਇੰਸ਼ੋਰੈਂਸ ਕਿਉਂ ਇੰਪੋਰਟੈਂਟ ਹੈ ਤੇ ਕਿਸ ਕਾਰਨ ਕਰਕੇ ਅਸੀਂ ਲਾਈਫ ਇੰਸ਼ੋਰੈਂਸ ਜਿਹੜੀ ਹੈ ਉਹ ਮਹਿਸੂਸ ਕਰਦੇ ਹਾਂ ਕਿ ਹੋਣੀ ਚਾਹੀਦੀ ਹੈ।
ਬਹੁਤੀ ਵਾਰੀ ਜਦੋਂ ਵੀ ਆਪਾਂ ਫੈਮਲੀਆਂ ਦੇ ਵਿੱਚ ਪਰਿਵਾਰਾਂ 'ਚ ਜਾ ਕੇ ਬੈਠਦੇ ਆ ਇੰਸ਼ੋਰੈਂਸ ਬਾਰੇ ਗੱਲਬਾਤ ਕਰਦੇ ਆ ਤੇ ਉਹ ਉਹਨਾਂ ਦਾ ਸਵਾਲ ਹੁੰਦਾ ਹੈ ਕਿ ਤੁਸੀਂ ਦੱਸੋ ਚੰਗਾ ਪਲਾਨ ਕਿਹੜਾ ਹੈ। ਐਕਚੁਅਲੀ ਇਹ ਤੁਹਾਡੀ ਨੀਡ ਹੁੰਦੀ ਹੈ। ਅਗਰ ਤੁਹਾਡੇ ਕੋਲ ਕੋਈ ਮੋਰਗੇਜ ਹੈਗੀ ਆ, ਅਗਰ ਤੁਹਾਡੇ ਕੋਲ ਇੱਕ ਤੋਂ ਜ਼ਿਆਦਾ ਪ੍ਰਾਪਰਟੀਆਂ ਹੈਗੀਆਂ ਨੇ, ਤੁਹਾਡੇ ਬੱਚੇ ਛੋਟੇ ਨੇ, ਤੁਸੀਂ ਕੋਈ ਕ੍ਰੈਡਿਟ ਲਾਈਨ ਚੱਕੀ ਹੋਈ ਹੈ, ਸੋ ਬਹੁਤ ਸਾਰੇ ਕਾਰਨ ਹੋ ਜਾਂਦੇ ਨੇ ਜਿਨ੍ਹਾਂ ਕਰਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਲਾਈਫ ਇੰਸ਼ੋਰੈਂਸ ਜਿਹੜੀ ਲਈ ਜਾਵੇ। ਸੋ ਅੱਜ ਅਸੀਂ ਗੱਲ ਕਰਨੀ ਹੈਗੀ ਹੈ ਕਿ ਮੋਰਗੇਜ ਪਲਾਨ ਦੇ ਬਾਰੇ ਵਿੱਚ। ਅਗਰ ਸਾਡੇ ਬੱਚੇ ਛੋਟੇ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਹਾਂ ਬੜੇ ਸੁੰਦਰ ਘਰ ਦੇ ਵਿੱਚ ਰਹਿ ਰਹੇ ਹਾਂ, ਉਹਦੇ ਉੱਪਰ ਸਾਡਾ ਡੈਟ ਵੀ ਹੈਗਾ, ਜਿੱਥੇ ਅਸੀਂ $2000 ਜਾਂ $2500 ਤੱਕ ਵੀ ਮੋਰਗੇਜ ਦਾ ਪ੍ਰੀਮੀਅਮ ਜਿਹੜੀ ਪੇਮੈਂਟ ਉਹ ਪੇ ਕਰਦੇ ਹਾਂ। ਜੇਕਰ ਅਸੀਂ $20 ਤੋਂ $25 ਲਾ ਕੇ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹਾਂ, ਆਪਾਂ ਤਾਂ ਇਹੀ ਕਹਿੰਦੇ ਹਾਂ ਕਿ ਪ੍ਰਮਾਤਮਾ ਤੰਦਰੁਸਤੀ ਰੱਖੇ। ਪਰ ਜੇਕਰ ਕੋਈ ਇਹੋ ਜਿਹਾ ਵਕਤ ਆਉਂਦਾ ਤਾਂ ਉਸ ਵੇਲੇ ਕੋਈ ਵੀ ਸਾਥ ਨਹੀਂ ਦਿੰਦਾ। ਸੋ ਮੋਰਗੇਜ ਪ੍ਰੋਟੈਕਸ਼ਨ ਪਲਾਨ ਇੱਕ ਬਹੁਤ ਹੀ ਇੰਪੋਰਟੈਂਟ ਪਲਾਨ ਹੈ। ਇਹਦੇ ਲਈ ਤੁਸੀਂ ਮੈਨੂੰ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਹੁਣ ਵੀ ਕਾਲ ਕਰ ਸਕਦੇ ਹੋ।